नमस्कार, सत श्री अकाल, आदाब दोस्तों। मैं हरदीप कमल ते तुसी जुड़े हो मुहब्बत रेडियो दे नाल। दोस्तों, ਸਾਹਿਤ ਸਮਾਜ ਦਾ ਆਈਨਾ ਹੁੰਦਾ ਹੈ। ਕਿਸੇ ਵੀ ਦੇਸ਼ ਬਾਰੇ ਅਗਰ ਅਸੀਂ ਕੁਝ ਜਾਣਨਾ ਹੋਵੇ ਤਾਂ ਉੱਥੋਂ ਦੇ ਸਾਹਿਤ ਤੋਂ ਸਾਨੂੰ ਪਤਾ ਲੱਗਦਾ ਕਿ ਉੱਥੋਂ ਦੇ ਲੋਕ ਕਿਹੋ ਜਿਹੇ ਨੇ, ਉੱਥੋਂ ਦੇ ਲੋਕਾਂ ਦਾ ਖਾਣ ਪੀਣ ਕਿਹੋ ਜਿਹਾ ਹੈ, ਕਿਹੋ ਜਿਹਾ ਉੱਥੋਂ ਦਾ ਸੱਭਿਆਚਾਰ, ਕਿਹੋ ਜਿਹਾ ਕਲਚਰ ਹੈ। ਇਹ ਸਾਰਾ ਕੁਝ ਸਾਨੂੰ ਉੱਥੋਂ ਦੇ ਸਾਹਿਤ ਨੂੰ ਪੜ੍ਹ ਕੇ ਪਤਾ ਲੱਗਦਾ ਹੈ। ਤੇ ਸਾਹਿਤਕਾਰ ਹਮੇਸ਼ਾ ਜੋ ਲਿਖਦੇ ਨੇ ਉਹੀ ਲਿਖਦੇ ਨੇ ਜੋ ਸਮਾਜ ਦੇ ਵਿੱਚ ਉਹ ਦੇਖਦੇ ਨੇ। ਤਾਂ ਸ਼ਬਦਾਂ ਦੇ ਵਿੱਚ ਪਰੋਣ ਵਾਲੇ ਆਪਣੇ ਸਮਾਜ ਨੂੰ, ਆਪਣੇ ਆਸ-ਪਾਸ ਨੂੰ, ਸਾਡੇ ਲਈ ਉਹ ਸਾਹਿਤਕਾਰ ਹਮੇਸ਼ਾ ਅਦਬ ਦੇ ਸਤਿਕਾਰ ਦੇ ਪਾਤਰ ਹੁੰਦੇ ਨੇ ਤੇ ਅਸੀਂ ਵੀ ਉਹਨਾਂ ਦਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਤੇ ਇਸੇ ਦੇ ਤਹਿਤ ਅਸੀਂ ਇੱਕ ਨਵਾਂ ਸਿਲਸਿਲਾ ਆਰੰਭ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਮਿੱਟੀ ਦੀ ਖੁਸ਼ਬੂ। ਅਸੀਂ ਮਿੱਟੀ ਦੇ ਨਾਲ ਜੁੜੇ ਉਹਨਾਂ ਸਾਹਿਤਕਾਰਾਂ ਨੂੰ, ਉਹਨਾਂ ਲੇਖਕਾਂ ਨੂੰ, ਉਹਨਾਂ ਕਵੀਆਂ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਹੜੇ ਕਿ ਲਿਖਦੇ ਨੇ ਆਪਣੇ ਇਸ ਸੱਭਿਆਚਾਰ ਦੇ ਬਾਰੇ, ਆਪਣੇ ਇਸ ਆਸ-ਪਾਸ ਦੇ ਮਾਹੌਲ ਦੇ ਬਾਰੇ, ਜਾਂ ਫਿਰ ਆਪਣੀ ਇਸ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਦੇ ਬਾਰੇ। ਤਾਂ ਅੱਜ ਅਸੀਂ ਇਸ ਦਾ ਜੋ ਆਗਾਜ਼ ਕਰਨ ਜਾ ਰਹੇ ਹਾਂ ਜੀ, ਸਾਡੇ ਅੱਜ ਵਿਸ਼ੇਸ਼ ਮਹਿਮਾਨ ਸਾਡੇ ਨਾਲ ਜੁੜੇ ਨੇ, ਮੈਡਮ ਯੋਗਿਤਾ ਜੋਸ਼ੀ ਜੀ। ਤਾਂ ਮੈਡਮ ਯੋਗਿਤਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਮੁਹੱਬਤ ਰੇਡੀਓ ਸੁਣਨ ਵਾਲਿਆਂ ਨੂੰ ਤੇ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤਾਂ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਸੀਂ ਆਪਣੇ ਚੈਨਲ ਤੇ। ਔਰ ਮੈਂ ਇਸ ਗੱਲ ਦੀ ਵਿਸ਼ੇਸ਼ ਤੌਰ ਤੇ ਖੁਸ਼ੀ ਮਹਿਸੂਸ ਕਰ ਰਿਹਾ ਕਿਉਂਕਿ ਆਪਾਂ ਜਦੋਂ ਕੋਈ ਚੰਗਾ ਕੰਮ ਸ਼ੁਰੂ ਕਰਨਾ ਹੋਵੇ ਨਾ, ਆਗਾਜ਼ ਕਰਨਾ ਹੋਵੇ, ਤਾਂ ਅਕਸਰ ਸਾਡੇ ਸਮਾਜ ਦੇ ਵਿੱਚ ਮਾਨਤਾ ਹੈ ਕਿ ਅਸੀਂ ਉਹਦੇ ਲਈ ਅਸੀਂ ਪੰਡਤਾਂ ਕੋਲ ਜਾਂਦੇ ਹਾਂ। ਤਾਂ ਅੱਜ ਕੁਦਰਤੀ ਸਾਡਾ ਸਬਬ ਬਣ ਗਿਆ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਬਣੇ। ਖੈਰ ਇਹ ਇੱਕ ਮੈਂ ਵਿਅੰਗ ਕਰ ਰਿਹਾ ਸੀ, ਇਹਨੂੰ ਦਿਲ ਤੇ ਨਾ ਲਾਣਾ। ਕਿ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਕਿ ਕੋਈ ਵੀ ਸਾਹਿਤਕਾਰ, ਕੋਈ ਵੀ ਲੇਖਕ ਕਿਸੇ ਵਿਸ਼ੇਸ਼ ਜ਼ਾਤ ਜਾਂ ਧਰਮ ਦੇ ਨਾਲ ਆਪਾਂ ਉਹਨੂੰ ਨਹੀਂ ਜੋੜ ਸਕਦੇ ਕਿਉਂਕਿ ਉਹ ਸਾਰੇ ਹੀ ਸਮਾਜ ਦੇ ਲਈ ਹੁੰਦਾ ਹੈ। ਤਾਂ ਤੁਸੀਂ ਮੈਡਮ ਸਾਡੇ ਲਈ ਅਦਬ ਦੇ ਸਤਿਕਾਰ ਦੇ ਪਾਤਰ ਹੋ ਔਰ ਅਸੀਂ ਆਪਣੇ ਪ੍ਰੋਗਰਾਮ ਦਾ ਜੋ ਅਸੀਂ ਪਹਿਲਾ ਅੰਕ ਹੈ ਤੁਹਾਡੇ ਨਾਲ ਕਰ ਰਹੇ ਹਾਂ। ਇਸ ਗੱਲ ਦੀ ਸਾਨੂੰ ਵੀ ਖੁਸ਼ੀ ਹੈ। ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕਰੋ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਯੋਗਿਤਾ ਜੋਸ਼ੀ ਨੂੰ ਸਾਰੇ ਲੋਕ ਇੱਕ ਅਧਿਆਪਿਕਾ ਜਾਂ ਇੱਕ ਰਿਸੋਰਸ ਪਰਸਨ ਦੇ ਤੌਰ ਤੇ ਜਾਣਦੇ ਨੇ। ਉਹ ਜਿਹੜੀ ਕਵਿਤਰੀ ਆ ਬਚਪਨ ਤੋਂ ਲਿਖਦੀ ਆ ਰਹੀ ਆ, ਉਹ ਬਹੁਤ ਹੀ ਘੱਟ ਲੋਕਾਂ ਨੂੰ ਮਿਲੀ ਆ, ਬਹੁਤ ਹੀ ਘੱਟ ਲੋਕਾਂ ਦੇ ਰੂਬਰੂ ਹੋਈ ਹੈ। ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਸਾਹਿਤਕਾਰ ਦਾ ਕੋਈ ਜ਼ਾਤ ਧਰਮ ਨਹੀਂ ਹੁੰਦਾ। ਮੈਨੂੰ ਇਹ ਵੀ ਲੱਗਦਾ ਕਿ ਸਾਹਿਤਕਾਰ ਦਾ ਤਾਂ ਕੋਈ ਜੈਂਡਰ ਵੀ ਨਹੀਂ ਹੁੰਦਾ, ਉਹ ਆਦਮੀ ਔਰਤ ਨਹੀਂ ਹੁੰਦਾ। ਸਾਹਿਤਕਾਰ ਤਾਂ ਬਿਲਕੁਲ ਇੱਕ ਨਿਰੋਲ ਆਤਮਾ ਹੁੰਦੀ ਹੈ ਜੀ। ਬਿਲਕੁਲ ਜੀ। ਤੇ ਇਸ ਖੁਸ਼ੀ ਨੂੰ ਮੈਂ ਤੁਹਾਡੇ ਨਾਲ ਸਾਂਝੀ ਵੀ ਕਰ ਰਹੀ ਹਾਂ ਔਰ ਸਾਰੇ ਮੁਹੱਬਤ ਰੇਡੀਓ ਦੇ ਸੁਣਨ ਵਾਲਿਆਂ ਨਾਲ ਵੀ ਸਾਂਝਾ ਕਰ ਰਹੀ ਹਾਂ ਕਿ ਛੋਟੀ ਜਿਹੀ ਕਵਿਤਰੀ ਜੋ ਮੇਰੇ ਮਨ ਦੇ ਅੰਦਰ ਪਲਦੀ ਰਹੀ, ਉਸ ਨੂੰ ਤੁਸੀਂ ਰੂਬਰੂ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ। ਤਾਂ ਮੈਡਮ ਅਸਲ 'ਚ ਯੋਗਿਤਾ ਜੋਸ਼ੀ ਕੌਣ ਨੇ? ਬਹੁਤ ਸਾਰੇ ਲੋਕ ਜੋ ਤੁਹਾਨੂੰ ਫੋਲੋ ਕਰਦੇ ਨੇ ਇਸ ਵਕਤ ਉਹ ਵੀ ਦੇਖ ਰਹੇ ਹੋਣਗੇ। ਥੋੜਾ ਜਿਹਾ ਮੈਂ ਜਿੰਨਾ ਕੁ ਮੈਡਮ ਤੁਹਾਡੇ ਬਾਰੇ ਜਾਣਦਾ ਕਿ ਤੁਸੀਂ ਬਹੁਤ ਸਾਰੀਆਂ ਅਜਿਹੀਆਂ ਕਿਤਾਬਾਂ ਲਿਖੀਆਂ ਨੇ ਜਿਹੜੀਆਂ ਕਿ ਬਹੁਤ ਅਨਮੋਲ ਨੇ ਔਰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਲਿਖੀਆਂ ਨੇ। ਔਰ ਤੁਸੀਂ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਵੀ ਬਹੁਤ ਸਾਰੀ ਡਿਗਰੀਆਂ ਵੀ ਲਈਆਂ ਨੇ। ਔਰ ਉਹਨਾਂ ਸਾਰੇ ਕਾਸੇ ਬਾਰੇ ਅਸੀਂ ਆਪਣੇ ਦੋਸਤਾਂ ਨੂੰ ਦੱਸਾਂਗੇ ਵੀ ਤੁਸੀਂ ਐਜੂਕੇਸ਼ਨ ਦੇ ਲੈਵਲ ਤੇ ਕਿੱਥੇ ਜੇ ਪਹੁੰਚੇ ਹੋ ਔਰ ਕਿਹੜੀਆਂ ਕਿਤਾਬਾਂ ਦੀ ਰਚਨਾ ਤੁਸੀਂ ਕੀਤੀ ਹੈ। ਤਾਂ ਆਪਾਂ ਸ਼ੁਰੂਆਤ ਕਰ ਲਈਏ ਫਿਰ ਤੁਹਾਡੀਆਂ ਬਚਪਨ ਤੋਂ ਸ਼ੁਰੂ ਕਰ ਲਈਏ ਫਿਰ। ਜੀ ਬਿਲਕੁਲ ਜੀ। ਤੁਹਾਡਾ ਬਚਪਨ ਕਿੱਥੇ ਬੀਤਿਆ ਮੈਡਮ? ਸਾਡੇ ਪਹਿਲਾਂ ਇਹ ਦੱਸੋ ਜੀ। ਸਰ ਮੈਂ ਸੁਨਾਮ ਦੀ ਜੰਮਪਲ ਹਾਂ ਔਰ ਮੇਰੇ ਪੇਰੈਂਟਸ ਦੋਨੋਂ ਹੀ ਗਵਰਨਮੈਂਟ ਜੌਬ ਦੇ ਵਿੱਚ ਸੀ। ਤੇ ਇਹ ਉਹਨਾਂ ਸਮਿਆਂ ਦੀ ਗੱਲ ਹੈ, 1975 ਦੇ ਵਿੱਚ ਮੇਰਾ ਜਨਮ ਹੋਇਆ ਜਦੋਂ ਪਹਿਲੀ ਬੇਟੀ ਨੂੰ ਆਪਾਂ ਲక్ష్ਮੀ ਕਹਿ ਦਿੰਦੇ ਸੀ ਤੇ ਉਹਨੂੰ ਐਕਸੈਪਟੈਂਸ ਪਹਿਲੀ ਬੇਟੀ ਨੂੰ ਇੱਕ ਬੇਟੇ ਵਾਂਗੂ ਹੀ ਮਿਲਦੀ ਸੀ ਜੀ। ਤੇ ਮੇਰਾ ਨਾਂ ਵੀ ਇਹੋ ਜਿਹਾ ਰੱਖਿਆ ਗਿਆ, ਮਿੰਟੂ। ਮਿੰਟੂ ਇੱਕ ਮੁੰਡਿਆਂ ਵਾਲਾ ਨਾਂ ਸੀ, ਘਰ ਸਾਰੇ ਕਹਿੰਦੇ ਸੀ। ਸੋ ਇੱਕ ਬੜਾ ਵਧੀਆ ਪਰਿਵਾਰਿਕ ਮਾਹੌਲ ਸੀ। ਪਿਤਾ ਜੀ ਮੇਰੇ ਮਿੰਨੀ ਕਹਾਣੀਆਂ ਵੀ ਲਿਖਦੇ ਸੀ ਔਰ ਮਾਤਾ ਜੀ ਮੇਰੇ, ਉਹਨਾਂ 'ਚ ਇੱਕ ਬੜਾ ਯੂਨੀਕ ਜਿਹਾ ਟੈਲੈਂਟ ਸੀ ਮੇਰੇ ਮੰਮਾ 'ਚ ਕਿ ਉਹ ਜਦੋਂ ਗੁੱਸੇ 'ਚ ਨਾਰਾਜ਼ ਹੋ ਕੇ ਬੋਲਦੇ ਸੀ ਤਾਂ ਉਹ 'ਚ ਬੜੀਆਂ ਲੋਕੋਕਤੀਆਂ ਬੋਲਦੇ ਸੀ, ਵਿੱਚ ਕਥਾਵਾਂ ਸੁਣਾਉਣ ਲੱਗ ਜਾਂਦੇ ਸੀ, ਵਿੱਚ ਕਹਾਣੀ। ਮਤਲਬ ਉਹਨਾਂ ਦੀ ਜਿਹੜੀ 1 ਘੰਟੇ ਦੀ ਡਾਂਟ ਹੁੰਦੀ ਸੀ ਉਹ ਇੱਕ ਤਰ੍ਹਾਂ ਦਾ ਸੈਸ਼ਨ ਹੁੰਦਾ ਸੀ ਸਿਆਣਪ ਦਾ। ਅੱਜ ਤੱਕ ਕੰਮ ਆਉਂਦੀਆਂ ਉਹ ਗੱਲਾਂ। ਤੇ ਮਾਤਾ ਪਿਤਾ ਨੇ ਇੱਕੋ ਹੀ ਗੱਲ ਕਹੀ ਸੀ ਕਿ ਬੇਟਾ ਤੁਹਾਡੇ ਪੜ੍ਹਾਈ ਕੰਮ ਆਊਗੀ, ਇੱਕ ਟਾਈਮ ਤੇ ਸਾਰਾ ਸਾਥ ਛੁੱਟ ਜਾਊਗਾ ਤੇ ਤੁਹਾਡੇ ਨਾਲ ਵਿੱਦਿਆ ਰਹੂਗੀ। ਉਹ ਗੱਲ ਅੱਜ ਤੱਕ ਪੱਲੇ ਬੰਨੀ ਹੋਈ ਆ ਔਰ ਜ਼ਿੰਦਗੀ 'ਚ ਔਕੜਾਂ ਬਹੁਤ ਆਈਆਂ, ਪੜ੍ਹਾਈ ਛੁੱਟ ਕੇ ਵਿਆਹ ਵੀ ਹੋਇਆ, ਪਰ ਪੜ੍ਹਦੇ ਰਹੇ ਉਹਨਾਂ ਦੀ ਪ੍ਰੇਰਨਾ ਨਾਲ। ਤੇ ਅੱਜ
ਛੋਟਾ ਜਿਹਾ ਇੱਕ ਸਥਾਨ ਹੈ ਜਿਹੜਾ ਸਮਾਜ ਦੇ ਵਿੱਚ, ਉਹ ਵਿੱਦਿਆ ਕਾਰਨ ਹੀ ਹਾਸਿਲ ਹੋਇਆ। ਜੀ, ਤਾਂ ਮੈਡਮ ਤੁਸੀਂ ਦੱਸਿਆ ਕਿ ਬਚਪਨ ਤੋਂ ਹੀ ਤੁਹਾਨੂੰ ਪ੍ਰੇਰਿਆ ਵੀ ਗਿਆ ਕਿ ਤੁਸੀਂ ਪੜ੍ਹਨਾ, ਤਾਂ ਪੜ੍ਹਨ ਦੀ ਪ੍ਰੇਰਨਾ ਬਿਲਕੁਲ ਤੁਹਾਡੇ ਪਰਿਵਾਰ ਚੋਂ ਤੁਹਾਨੂੰ ਮਿਲੀ, ਤਾਂ ਲਿਖਣਾ ਤੁਸੀਂ ਕਦੋਂ ਸ਼ੁਰੂ ਕੀਤਾ ਤੇ ਕਿਹਦੀ ਪ੍ਰੇਰਨਾ ਨਾਲ ਕੀਤਾ? ਲਿਖਣਾ ਤਾਂ ਮੈਨੂੰ ਜਦ ਦੀ ਮੈਂ ਹੋਸ਼ ਸਾਂਭੀ ਹੈ ਜੀ, 7, 8, 10 ਸਾਲ ਦੀ ਉਮਰ ਤੋਂ ਮੈਨੂੰ ਯਾਦ ਹੈ। ਮੇਰੀਆਂ ਡਾਇਰੀਆਂ ਪਤਾ ਹੀ ਨਹੀਂ ਕਿੰਨੀਆਂ ਕੁ ਭਰੀਆਂ ਪਈਆਂ, ਔਰ ਮੈਂ ਉਦੋਂ ਤੋਂ ਲਿਖ ਰਹੀ ਹਾਂ ਜਦੋਂ ਮੇਰੀ ਪਹਿਲੀ ਕਵਿਤਾ ਸੀ, ਚੀ ਚੀ ਕਰਤੀ ਚਿੜੀਆ ਰਾਣੀ, ਦਾਣਾ ਚੁਗਤੀ ਪੀਤੀ ਪਾਣੀ, ਚੀ 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 ਚਿੜੀਆ ਰਾਣੀ। ਇੰਨੀ ਛੋਟੀ ਸੀ ਮੈਂ, ਉਦੋਂ ਤੋਂ ਲਿਖਦੀ ਹਾਂ ਜੀ। ਕਦੀ ਕਹਾਣੀ ਵੱਲ ਚਲੀ ਗਈ। ਸ਼ੁਰੂਆਤ ਕੀਤੀ ਜੀ ਸਰ। ਤੇ ਮੈਨੂੰ ਯਾਦ ਹੀ ਨਹੀਂ ਮੈਂ ਕਦੋਂ ਦੀ ਕਵਿਤਾ ਲਿਖ ਰਹੀ ਹਾਂ, ਬਸ ਕਵਿਤਾ ਹੀ ਲਿਖ ਰਹੀ ਹਾਂ ਜਦ ਦੀ ਹੋਸ਼ ਸੰਭਾਲੀ ਹੈ ਜੀ। ਤੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਜਦੋਂ, ਹਾਂਜੀ ਜੀ ਤੁਸੀਂ ਕਰੋ। ਜਦੋਂ ਕੋਈ ਵੀ ਨਵੀਂ ਕਲਾਸ ਸ਼ੁਰੂ ਹੁੰਦੀ ਸੀ ਤਾਂ ਅਸੀਂ ਜਦੋਂ ਬੁੱਕਸ ਲੈ ਕੇ ਆਉਂਦੇ ਹੁੰਦੇ ਸੀ, ਉਹ ਬੁੱਕਸ ਦੀ ਖੁਸ਼ਬੂ ਬੜੀ ਪਿਆਰੀ ਲੱਗਦੀ ਸੀ, ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਹਿੰਦੀ, ਪੰਜਾਬੀ ਤੇ ਇੰਗਲਿਸ਼ ਦੀਆਂ ਕਿਤਾਬਾਂ ਕੁਛ ਦਿਨਾਂ 'ਚ ਹੀ ਪੜ੍ਹ ਦਿੰਦੀ ਸੀ, ਸਿਲੇਬਸ ਸਾਰਾ। ਜੀ ਬਿਲਕੁਲ, ਤੁਸੀਂ ਦੱਸਿਆ ਮੈਮ ਕਿ ਤੁਸੀਂ ਲਿਖਣਾ ਬਚਪਨ ਤੋਂ ਸ਼ੁਰੂ ਕੀਤਾ, ਕਵਿਤਾ ਪਹਿਲਾਂ ਸਟਾਰਟ ਕੀਤੀ ਤੁਸੀਂ, ਬਾਲ ਕਵਿਤਾ, ਤਾਂ ਫਿਰ ਐਪਰੀਸੀਏਸ਼ਨ ਮਿਲੀ ਉਸ ਦੀ ਜੋ ਤੁਸੀਂ ਪਹਿਲੀ ਰਚਨਾ ਲਿਖੀ, ਤਾਂ ਉਹ ਕਿਸੇ ਨੂੰ ਸੁਣਾਈ ਜਾਂ ਕਿਤੇ ਸੁਣਾਈ? ਨਹੀਂ, ਸੁਣਾਈ ਕਿਤੇ ਨਹੀਂ। ਮੈਂ ਕਵਿਤਾ ਬਹੁਤ ਹੀ ਘੱਟ ਆਪਣੀ ਕਿਤੇ ਸਾਂਝੀ ਕੀਤੀ, ਤੇ ਕਵਿਤਾ ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਉਹ ਨਾ ਮੇਰੀ ਪੱਕੀ ਸਹੇਲੀ ਜੀ ਸੀ। ਜਦੋਂ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰ ਸਕਦੀ, ਮੈਂ ਕਵਿਤਾ 'ਚੋਂ ਗੱਲ ਕਰ ਦਿੰਦੀ ਸੀ, ਕਦੇ ਦਿਖਾ ਕੇ, ਕਦੇ ਛੁਪਾ ਕੇ, ਤੇ ਬਹੁਤ ਹੀ ਘੱਟ ਮੈਂ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਵਾਈਆਂ। ਅੱਛਾ, ਤੁਸੀਂ ਕਵਿਤਾ ਲਿਖਦੇ ਸੀ ਤੇ ਉਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਬਸ? ਹਾਂਜੀ, ਆਪ ਹੀ ਪੜ੍ਹਦੇ ਸੀਗੇ, ਕਿਸੇ ਨੂੰ ਪੜ੍ਹਾਉਂਦੇ ਵੀ ਨਹੀਂ ਸੀ? ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਇਹ ਤਾਂ ਮੇਰੇ ਮਨ ਦੇ ਵਿਚਾਰ ਨੇ, ਕਿਸੇ ਨੇ ਕੀ ਲੈਣਾ ਹੋਊਗਾ, ਮਤਲਬ ਬੱਚਿਆਂ ਜਿਹਾ ਵਾਲੀ ਸੋਚ ਸੀ। ਯਾਨੀ ਕਿ ਤੁਹਾਡੀ ਲੇਖਣੀ ਬਾਰੇ ਤੁਹਾਡੇ ਆਸ-ਪਾਸ ਤੁਹਾਡੇ ਕਿਸੇ ਦੋਸਤ, ਮਿੱਤਰ, ਸਹੇਲੀ ਨੂੰ ਕੁਝ ਨਹੀਂ ਪਤਾ ਸੀ ਕਿ ਤੁਸੀਂ ਲਿਖਦੇ ਹੋ? ਥੋੜੇ ਬਹੁਤ ਮੇਰੇ ਨੇੜੇ-ਨੇੜੇ ਦੇ ਸਰਕਲ ਨੂੰ ਪਤਾ ਸੀ, ਉਹ ਪੜ੍ਹਦੇ ਵੀ ਰਹਿੰਦੇ ਸੀ ਮੇਰੀਆਂ ਕਵਿਤਾਵਾਂ, ਡਾਇਰੀ ਲੈ ਜਾਂਦੀਆਂ ਸੀ ਫਰੈਂਡਸ। ਜੀ, ਤੇ ਫਿਰ ਇਹ ਸਿਲਸਿਲਾ ਅੱਗੇ ਕਦੋਂ ਵਧਿਆ ਫਿਰ ਤੁਸੀਂ, ਕਿਉਂਕਿ ਹੁਣ ਕੁਝ ਕਿਤਾਬਾਂ ਵੀ ਲਿਖ ਚੁੱਕੇ, ਪਹਿਲਾਂ ਆਪਣੇ ਦੋਸਤਾਂ ਨੂੰ ਦੱਸ ਦਈਏ ਕਿ ਤੁਸੀਂ ਕਿਤਾਬਾਂ ਕਿਹੜੀਆਂ-ਕਿਹੜੀਆਂ ਲਿਖੀਆਂ ਹੁਣ ਤੱਕ ਔਰ ਕਿਸ ਵਿਧਾ ਦੇ ਵਿੱਚ ਲਿਖੀਆਂ ਨੇ? ਜੀ, ਮੇਰੀ ਜੋ ਸਭ ਤੋਂ ਪਿਆਰੀ ਕਿਤਾਬ ਹੈ, ਜਿਹੜੀ ਮੇਰੀ ਡ੍ਰੀਮ ਬੁੱਕ ਸੀ, ਉਹ ਮੈਂ ਲਿਖੀ ਸੀ 2015 ਦੇ ਵਿੱਚ। ਉਹ ਇੰਗਲਿਸ਼ ਦੇ ਵਿੱਚ ਹੈ ਜੀ, ਤੇ ਉਹ ਪੈਟਰਿਜ ਪਬਲੀਕੇਸ਼ਨਜ਼ ਅਮਰੀਕਾ ਤੋਂ ਪਬਲਿਸ਼ ਹੋਈ ਹੈ। ਉਸ ਦਾ ਨਾਮ ਹੈ ਜੋਇਜ਼ ਆਫ ਬੀਇੰਗ ਯੋਰਸੈਲਫ। ਉਹ ਇੱਕ ਅਜਿਹੀ ਕਿਤਾਬ ਹੈ ਜੋ ਮਤਲਬ ਇੱਕ ਟਾਈਮ ਇਹ ਜਿਹਾ ਸੀ ਲਾਈਫ ਦੇ ਵਿੱਚ, ਮੈਂ ਜਦੋਂ ਸਟਰਗਲ ਕਰ ਰਹੀ ਸੀ, ਸਟਰਗਲ ਤੋਂ ਲੈ ਕੇ ਕਿਵੇਂ ਮੈਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੀ ਜਿੱਥੇ ਆਪਣਾ ਦਰਦ ਥੋੜਾ ਘਟਾ ਲਿਆ, ਉਹ ਸਾਰੀ ਜਰਨੀ ਇੱਕ ਸਾਈਕੋਲੋਜੀਕਲ ਅਕਾਊਂਟ ਦੇ ਰੂਪ ਦੇ ਵਿੱਚ ਲਿਖੀ ਹੋਈ ਹੈ। ਉਹ ਕਿਤਾਬ 2015 ਚ ਆਈ। ਉਸ ਤੋਂ ਬਾਅਦ ਅਮਰਜੀਤ ਕੌਂਕੇ ਜੀ ਦੇ ਨਾਲ ਕਈ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਮੇਰੀਆਂ ਕਵਿਤਾਵਾਂ ਵੀ ਸ਼ਾਮਿਲ ਹੋਈਆਂ, ਮੇਰੇ ਲੇਖ ਵੀ ਸ਼ਾਮਿਲ ਹੋਏ। ਬਾਕੀ ਬਹੁਤ ਸਾਰੇ ਅਖਬਾਰਾਂ ਦੇ ਵਿੱਚ, ਆਨਲਾਈਨ ਪੇਪਰਸ ਦੇ ਵਿੱਚ, ਈਵਨ ਤੁਹਾਡੇ ਵੱਲੋਂ ਵੀ ਤੁਹਾਡੀ ਸਾਈਟ ਦੇ ਉੱਤੇ ਕਵਿਤਾਵਾਂ ਛਾਪੀਆਂ ਗਈਆਂ। ਫਿਰ ਇਹ ਸਿਲਸਿਲਾ ਚੱਲਦਾ ਰਿਹਾ ਜੀ। ਤੇ ਫਿਰ ਇਹ ਕਦੋਂ ਸ਼ੁਰੂ ਹੋਇਆ ਫਿਰ ਤੁਹਾਡਾ? ਤੁਸੀਂ ਪਹਿਲਾਂ ਕਿਤਾਬਾਂ ਲਿਖ ਰਹੇ ਸੀ, ਕਵਿਤਾਵਾਂ ਲਿਖ ਰਹੇ ਸੀ, ਲਿਖ ਕੇ ਰੱਖ ਦਿੰਦੇ ਸੀਗੇ, ਤੇ ਫਿਰ ਤੁਸੀਂ ਇਸ ਨੂੰ ਅੱਗੇ ਕਦੋਂ ਵਧਾਇਆ ਤੁਸੀਂ, ਯਾਨੀ ਕਿ ਵੀ ਇਹਨੂੰ ਕਿਤਾਬ ਦਾ ਰੂਪ ਦੇਣ ਦੀ ਇਹ ਕਦੋਂ ਕੋਸ਼ਿਸ਼ ਕੀਤੀ? ਇਹ ਇੱਕ ਸੁਪਨਾ ਤਾਂ ਅੰਦਰ ਹੀ ਅੰਦਰ ਪਲਦਾ ਰਿਹਾ ਸੀ, ਪਰ 2012 ਦੇ ਵਿੱਚ ਮੈਨੂੰ ਇਹ ਲੱਗਿਆ ਕਿ ਮੈਂ ਕੁਛ ਨਾ ਕੁਛ ਅਜਿਹੀ ਚੀਜ਼ ਲਿਖਾਂ ਜਿਹੜੀ ਕਿਤੇ ਨਾ ਕਿਤੇ ਕਿਸੇ ਇਨਸਾਨ ਨੂੰ ਸੇਧ ਦੇਵੇ। ਤਾਂ ਮੈਂ ਲਿਖਣਾ ਸ਼ੁਰੂ ਕੀਤਾ। ਮੈਨੂੰ 3 ਸਾਲ ਲੱਗੇ ਆਪਣੀ ਡ੍ਰੀਮ ਬੁੱਕ ਲਿਖਣ ਤੇ। ਬਾਕੀ ਉਸ ਤੋਂ ਬਾਅਦ ਜਿਹੜੇ ਬੁੱਕਸ ਦੇ ਵਿੱਚ ਕੰਟਰੀਬਿਊਸ਼ਨ ਹੈ, ਉਹ ਤਾਂ ਜਿਵੇਂ ਜਿਵੇਂ ਕੋਈ ਕੰਟੈਕਟ ਕਰਦਾ ਗਿਆ, ਮੈਂ ਉਹਨਾਂ ਨੂੰ ਦਿੰਦੀ ਰਹੀ ਕੰਟਰੀਬਿਊਸ਼ਨ। ਤੇ ਜੋ ਸਭ ਤੋਂ ਪਹਿਲਾਂ ਟੀਨੇਜ ਦੇ ਵਿੱਚ ਮੈਂ ਲੋਕਲ ਪੇਪਰ 'ਚ ਪਬਲਿਸ਼ ਹੋਈ ਸੀ, ਉਹ ਐਵੇਂ ਹੀ ਕਿਸੇ ਨੇ ਮੇਰੀ ਕਵਿਤਾ ਦੇਖ ਲਈ, ਡੈਡੀ ਦੇ ਫਰੈਂਡ ਸੀ, ਉਹ ਕਹਿੰਦੇ ਤਾਂ ਬੜੀ ਸੋਹਣੀ ਆ। ਫਿਰ ਉਹਨਾਂ ਨੇ ਲੋਕਲ ਪੇਪਰ 'ਚ ਲਗਾਉਣੀਆਂ ਸ਼ੁਰੂ ਕਰਤੀਆਂ ਸੀ। ਫਿਰ ਸਕੂਲ ਕਾਲਜ ਦੇ ਮੈਗਜ਼ੀਨਸ ਦੇ ਵਿੱਚ ਚੀਫ ਐਡੀਟਰ ਹਰ ਵਾਰੀ ਬਣਦੀ ਸੀ। ਫਿਰ ਐਵੇਂ ਕਿਤੇ ਨਾ ਕਿਤੇ ਪਬਲਿਸ਼ ਹੁੰਦੀ ਰਹੀ ਜੀ। ਅੱਛਾ ਮੈਮ, ਤੁਸੀਂ ਦੱਸਿਆ ਕਿ ਤੁਹਾਡੀ ਪਹਿਲੀ ਕਵਿਤਾ ਵੀ ਸਾਡੇ ਨਾਲ ਸਾਂਝੀ ਕੀਤੀ ਤੁਸੀਂ, ਤੇ ਆਪਾਂ ਅੱਗੇ ਵਧਣ ਤੋਂ ਪਹਿਲਾਂ ਹੁਣ ਚਾਹਾਂਗੇ ਕਿ ਤੁਹਾਡੀ ਕੋਈ ਖੂਬਸੂਰਤ ਜੀ ਉਹ ਰਚਨਾ ਜੋ ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੋਵੇ, ਸਾਡੇ ਦੋਸਤਾਂ ਨਾਲ ਸਾਂਝੀ ਕਰੋ। ਜੀ ਸਰ, ਜ਼ਰੂਰ। ਇੱਕ ਮੇਰੀ ਕਵਿਤਾ ਮੈਂ +2 ਚ ਲਿਖੀ ਸੀ ਜੀ। ਉਦੋਂ ਮੈਨੂੰ ਇਹ ਲੱਗਦਾ ਹੁੰਦਾ ਸੀ, +2 ਚ ਉਸ ਜ਼ਮਾਨਾ ਵੀ ਇਹੋ ਜਿਹਾ ਸੀ ਕਿ ਇੱਕ ਲੜਕੀ ਇੱਕ ਹੱਦ ਤੱਕ ਹੀ ਜਾ ਸਕਦੀ ਹੈ, ਉਸ ਤੋਂ ਅੱਗੇ ਵੱਧ ਨਹੀਂ ਸਕਦੀ। ਸੋ ਉਸ ਨਾਲ जुड़ी हुई एक कविता है। मैं तो एक लहर हूँ
अपनी संपूर्ण शक्ति के साथ टकराती हूँ सागर के तट से, किंतु लेकर खाली दामन फिर लौट आऊं सिमट। मेरी चंचलता को चंदा अच्छी तरह समझता, खींच मुझे अपनी नगरी में आ जाने को कहता। फिर मैं निश्चलता को तज के चंचलता अपनाती, ज्वार मेरी नस नस में आता, पल पल में मुस्काती। इतने में सुबह हो जाए, चांद कहीं छुप जाए, मैं फिर टकरा जाऊं तट से, फिर लौट आऊं सिमट के। मैं तो एक लहर हूं, मेरा है अस्तित्व यही बस, जल से टकराना और खोना, और न जाऊं कहीं पर, और न जाऊं कहीं पर। ये मेरी पहली कविता ਜੀ ਪਹਿਲੀ ਕਵਿਤਾ ਸੀ ਤੇ ਤੁਸੀਂ ਹਿੰਦੀ ਦੇ ਵਿੱਚ ਲਿਖੀ, ਉਸ ਤੋਂ ਬਾਅਦ ਤੁਸੀਂ ਪੰਜਾਬੀ ਦੀਆਂ ਕਵਿਤਾਵਾਂ ਵੀ ਤੁਸੀਂ ਮੇਰੇ ਖਿਆਲ ਚ ਲਿਖੀਆਂ ਨੇ, ਮੈਂ ਸੁਣੀਆਂ ਜਾਂ ਕਿਤੇ ਸ਼ਾਇਦ। ਤੇ ਤੁਸੀਂ ਦੱਸਿਆ ਕਿ ਤੁਸੀਂ ਕਿਤਾਬ ਪਹਿਲੀ ਲਿਖੀ, ਇਹ ਕਿਹੜੇ ਸੰਨ ਚ ਲਿਖੀ ਸੀ ਮੈਡਮ? 2015 ਜੀ। 2015। ਉਸ ਤੋਂ ਬਾਅਦ ਹੋਰ ਕਿੰਨੀਆਂ ਤੁਹਾਡੀਆਂ ਬੁੱਕਸ ਆ ਚੁੱਕੀਆਂ ਨੇ? ਉਸ ਤੋਂ ਬਾਅਦ ਮੈਂ ਬੁੱਕਸ 'ਚ ਕੰਟਰੀਬਿਊਸ਼ਨ ਦਿੱਤਾ, ਆਪਣੇ ਆਪ ਦੇ ਵਿੱਚ ਮੁਕੰਮਲ ਬੁੱਕ ਕਵਿਤਾ ਦੀ ਕੋਈ ਨਹੀਂ ਮੈਂ ਛਾਪੀ। ਅਲੱਗ-ਅਲੱਗ ਬੁੱਕਸ ਦੇ ਵਿੱਚ ਮੇਰੇ ਜਿਵੇਂ ਕੁਝ ਕਵਿਤਾਵਾਂ ਸ਼ਾਮਿਲ ਕਰ ਲਈਆਂ ਗਈਆਂ। ਜੀ, ਕੁਝ ਦਿਨ ਪਹਿਲਾਂ ਹੀ ਸ਼ਾਇਦ ਕੱਲ੍ਹ ਜਾਂ ਪਰਸੋਂ ਦੀ ਗੱਲ ਹੈ, ਤੁਹਾਡੇ ਬਾਰੇ ਇੱਕ ਪੋਸਟ ਪੜ੍ਹ ਰਹੀ ਸੀ, ਤੁਸੀਂ ਕਿਸੇ ਖਾਸ ਅਜਿਹੇ ਕਿਸੇ ਸੰਮੇਲਨ ਦੇ ਵਿੱਚ ਹਿੱਸਾ ਲਿਆ, ਤਾਂ ਉਹ ਸੰਮੇਲਨ ਕੀ ਸੀ ਤੇ ਉਹਦਾ ਕਿਵੇਂ ਸਬੱਬ ਬਣਿਆ, ਉਹ ਵੀ ਦੱਸੋ ਥੋੜ੍ਹਾ ਜਿਹਾ। ਜੀ, ਉਹ ਸੰਮੇਲਨ ਸੀਗਾ ਜੀ ਵਿਸ਼ਵ ਪੱਧਰ ਦੀ ਇੱਕ ਵਰਚੁਅਲ ਸਮਿਟ ਕਰਵਾਈ ਗਈ ਸੀ, ਜਿਸ 'ਚ 35 ਤੋਂ ਜ਼ਿਆਦਾ ਦੇਸ਼ਾਂ ਦੀ ਔਰਤਾਂ ਨੇ ਭਾਗ ਲਿਆ ਸੀ। ਜੀ। ਇਸ ਨੂੰ ਵਰਲਡ ਯੂਥ ਆਰਗੇਨਾਈਜੇਸ਼ਨ ਨੇ ਕਰਵਾਇਆ ਸੀ ਜੀ। ਔਰ ਉਸ ਦੇ ਵਿੱਚ ਸਾਡੇ ਪੰਜਾਬ ਤੋਂ ਮਾਨਸਾ ਜ਼ਿਲ੍ਹੇ ਚੋਂ 2 ਜਣੇ ਸ਼ਾਮਿਲ ਹੋਏ ਸੀ। ਇੱਕ ਕੋਈ ਸਟੂਡੈਂਟ ਸੀ ਗੁਰੂ ਨਾਨਕ ਕਾਲਜ ਬੁਢਲਾਡਾ ਦੇ, ਤੇ ਇੱਕ ਅਧਿਆਪਕਾਂ ਵੱਲੋਂ ਮੈਂ ਸੀ, ਤੇ ਉਸ ਦੇ ਵਿੱਚ ਵੱਖੋ ਵੱਖਰੇ ਵਿਸ਼ੇ ਰੱਖੇ ਗਏ ਸੀ ਤੇ ਮੈਂ ਆਪਣੀ ਪੀਪੀਟੀ ਤੇ ਪੇਪਰ ਪ੍ਰੈਜ਼ੈਂਟ ਕੀਤਾ ਸੀ। ਜੀ, ਤਾਂ ਮੈਡਮ ਉਹਦੇ ਵਿੱਚ ਮੇਰਾ ਵਿਸ਼ਾ ਰਿਹਾ ਪੋਸਟ ਕੋਵਿਡ ਜਨਰੇਸ਼ਨਸ ਨੂੰ ਅਸੀਂ ਕਿਵੇਂ ਉਹਨਾਂ ਦੇ ਅੰਦਰ ਸ਼ਕਤੀ ਵਧਾ ਸਕਦੇ, ਉਹਨਾਂ ਦਾ ਸ਼ਕਤੀਕਰਨ ਕਿਵੇਂ ਕਰ ਸਕਦੇ ਹਾਂ ਨੌਜਵਾਨ ਪੀੜ੍ਹੀ ਦਾ। ਜੀ ਜੀ, ਤਾਂ ਮੈਡਮ ਤੁਸੀਂ ਥੋੜ੍ਹਾ ਜਿਹਾ ਸਾਨੂੰ ਇਹ ਵੀ ਦੱਸੋਗੇ, ਕਿਉਂਕਿ ਤੁਹਾਡੀ ਜ਼ਿਆਦਾਤਰ ਪਹਿਚਾਣ ਇਸ ਏਰੀਏ ਦੇ ਵਿੱਚ, ਮਾਨਸਾ ਏਰੀਏ ਦੇ ਵਿੱਚ ਐਜੂਕੇਸ਼ਨ ਦੇ ਪੱਖ ਤੋਂ ਹੈ, ਤਾਂ ਅਸੀਂ ਥੋੜ੍ਹਾ ਜਿਹਾ ਤੁਹਾਡੇ ਮੂੰਹੋਂ ਵੀ ਜਾਣਨਾ ਚਾਹਾਂਗੇ ਕਿ ਤੁਹਾਡੀ ਜੋ ਐਜੂਕੇਸ਼ਨ ਸਟੇਟਸ ਹੈ ਤੁਹਾਡਾ, ਉਹਦੇ 'ਚ ਤੁਸੀਂ ਕੀ ਕੁਛ ਪ੍ਰਾਪਤੀਆਂ ਹੁਣ ਤੱਕ ਵਿਸ਼ੇਸ਼ ਕੀਤੀਆਂ ਨੇ? ਜੀ ਸਰ, ਸਭ ਤੋਂ ਪਹਿਲੀ ਪ੍ਰਾਪਤੀ ਤਾਂ ਮੈਂ ਇਹ ਕੀਤੀ ਹੈ ਕਿ ਮੈਂ ਮੁਸੀਬਤਾਂ ਨਾਲ ਲੜ ਕੇ ਪੜ੍ਹੀ। ਇਹ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ, ਕਿਉਂਕਿ ਜਿਸ ਟਾਈਮ ਮੇਰੀ ਮੈਰਿਜ ਹੋ ਗਈ ਸੀ ਤੇ ਬੇਟੀ ਛੋਟੀ ਜਿਹੀ ਸੀ, ਉਸ ਟਾਈਮ ਮੇਰੀ ਕੁਆਲੀਫਿਕੇਸ਼ਨ ਸੀ BA MEd, ਕਿਉਂਕਿ ਡੈਡੀ ਹੋਰਾਂ ਨੂੰ ਲੱਗਦਾ ਸੀ ਕਿ ਉਮਰ ਵੱਡੀ ਹੋ ਰਹੀ ਹੈ ਬੱਚੇ ਦੀ ਤਾਂ ਮੈਰਿਜ ਹੋ ਗਈ, ਤੇ ਇੱਕ ਤਰ੍ਹਾਂ ਐਂ ਹੋ ਗਿਆ ਸੀ ਕਿ ਹੁਣ ਲਾਈਫ ਖਤਮ ਹੈ, ਮੀਨਸ ਪੜ੍ਹਾਈ ਖਤਮ ਹੈ, ਸਿਰਫ ਹੁਣ ਘਰ ਪਰਿਵਾਰ ਹੀ ਪਾਲਣਾ। ਤਾਂ ਮੇਰਾ ਸੁਪਨਾ ਸੀ MA ਇੰਗਲਿਸ਼ ਕਰਨ ਦਾ, ਤਾਂ ਮੈਂ ਆਪਣੇ ਹਸਬੈਂਡ ਨੂੰ, ਘਰਦਿਆਂ ਨੂੰ ਕਿਹਾ ਕਿ ਪਲੀਜ਼ ਮੈਂ ਇਹ ਜਾਰੀ ਰੱਖਣਾ ਚਾਹੂੰਗੀ। ਉਹਨਾਂ ਨੇ ਬਹੁਤ ਸਪੋਰਟ ਕੀਤੀ, MA ਇੰਗਲਿਸ਼ ਕੀਤੀ, MPhil ਇੰਗਲਿਸ਼ ਕੀਤੀ। ਫਿਰ ਮੈਨੂੰ ਇੱਕ ਪ੍ਰਾਈਵੇਟ ਕਾਲਜ 'ਚ ਜੋਬ ਮਿਲੀ, ਐਜੂਕੇਸ਼ਨ ਕਾਲਜ 'ਚ। ਫਿਰ ਉੱਥੇ ਰਹਿੰਦੇ ਰਹਿੰਦੇ ਮੇਰਾ ਜੀਅ ਕੀਤਾ ਕਿ ਮੈਂ ਹਲੇ ਹੋਰ ਪੜ੍ਹਨਾ। ਫਿਰ ਮੈਂ ਕਾਫੀ 1-2 ਆਪਸ਼ਨਸ ਨੇ ਜਿਹੜੀਆਂ ਹੋਰ ਲਈਆਂ, ਚਲੋ ਰਿਸਰਚ ਡਿਗਰੀ ਮੈਨੂੰ ਮਿਲ ਗਈ। 2007 ਤੋਂ ਬਾਅਦ ਮੈਂ ਗਵਰਨਮੈਂਟ ਜੋਬ ਦੇ ਵਿੱਚ 2011 'ਚ ਆਈ। ਉਨੀ ਦੇਰ ਮੈਂ 2004 ਤੋਂ 11 ਤੱਕ ਪ੍ਰਾਈਵੇਟ ਕਾਲਜ 'ਚ ਲੱਗੀ ਰਹੀ। ਉਸ ਟਾਈਮ ਮੇਰੀਆਂ ਬਹੁਤ ਸਾਰੀਆਂ ਨੈਸ਼ਨਲ ਤੇ ਇੰਟਰਨੈਸ਼ਨਲ ਕਾਨਫਰੰਸਿਸ ਦੇ ਵਿੱਚ ਪੇਪਰ ਪ੍ਰੈਜ਼ੈਂਟੇਸ਼ਨਸ ਹੋਈਆਂ, ਤੇ ਕਾਉਂਸਲ ਫॉर ਟੀਚਰ ਐਜੂਕੇਸ਼ਨ ਦੀ ਮੈਂ ਲਾਈਫ ਟਾਈਮ ਮੈਂਬਰ ਵੀ ਹਾਂ, ਉਹਨਾਂ ਲਈ ਨਿਊਜ਼ ਲੈਟਰ ਲਿਖਦੀ ਰਹੀ। ਫਿਰ ਇੱਕ ਨਵਾਂ ਹੀ ਚੈਪਟਰ ਸ਼ੁਰੂ ਹੋ ਗਿਆ ਜਦੋਂ ਮੈਂ ਗਵਰਨਮੈਂਟ ਜੋਬ 'ਚ ਆਈ, ਤਾਂ ਮੈਂ ਸਕੂਲ ਐਜੂਕੇਸ਼ਨ 'ਚ ਆ ਗਈ। 2011 'ਚ ਸਕੂਲ ਐਜੂਕੇਸ਼ਨ 'ਚ ਆਈ ਤਾਂ 2012 ਦੇ ਵਿੱਚ ਰਿਸੋਰਸ ਪਰਸਨ ਬਣ ਗਈ, ਔਰ ਬਹੁਤ ਖੁਸ਼ ਨਸੀਬ ਰਹੀ ਕਿ ਬਹੁਤ ਸਾਰੀਆਂ ਟ੍ਰੇਨਿੰਗਾਂ ਮਿਲੀਆਂ, ਬਹੁਤ ਸਾਰੀਆਂ ਟ੍ਰੇਨਿੰਗਾਂ ਦਿੱਤੀਆਂ। ਤੇ 2007 ਤੋਂ ਬਾਅਦ ਫੇਰ ਪੜ੍ਹਨ ਦਾ ਜੀਅ ਕੀਤਾ, ਤਾਂ ਮੈਂ MPhil ਕਰਨ ਤੋਂ ਬਾਅਦ ਕੁਝ ਦੇਰ ਲਈ ਟ੍ਰੇਨਿੰਗਾਂ ਦੇ ਵਿੱਚ ਲੱਗੀ ਰਹੀ। ਤੇ 2012 ਤੋਂ ਬਾਅਦ ਮੇਰਾ ਫੇਰ ਪੜ੍ਹਨ ਦਾ ਜੀਅ ਕੀਤਾ, ਤੇ ਮੈਨੂੰ ਇਹ ਲੱਗਿਆ ਕਿ ਹੁਣ ਬੱਚਿਆਂ ਦਾ ਨਾ ਬੱਚਿਆਂ 'ਚ ਇੱਕ ਫਰਕ ਆ ਰਿਹਾ ਸੀ। ਪਹਿਲਾਂ ਦੇ ਬੱਚਿਆਂ ਦੀ ਜਨਰੇਸ਼ਨ ਬੜੀ ਖੁਸ਼ ਸੀ ਜਿਹੜੀ ਮੇਰੇ ਕੋਲ ਆਉਂਦੀ ਸੀ, ਤੇ ਪਿਛਲੇ ਕੁਝ ਸਮੇਂ ਤੋਂ 2015 ਤੋਂ ਬਾਅਦ ਜਨਰੇਸ਼ਨ ਆ ਰਹੀ ਸੀ ਬੜੀ ਉਦਾਸ ਸੀ। ਤੇ ਫਿਰ ਮੈਂ MA ਕਲੀਨਿਕਲ ਸਾਈਕੋਲੋਜੀ ਕੀਤੀ। ਅੱਜ ਮੈਂ ਆਪਣੇ ਬੱਚਿਆਂ ਦੀਆਂ ਪ੍ਰੋਬਲਮਸ ਨੂੰ ਸਮਝ ਸਕਦੀ ਹਾਂ, ਸਟੂਡੈਂਟਸ ਨੂੰ ਉਹਨਾਂ ਦੀ ਕਾਉਂਸਲਿੰਗ ਵੀ ਦੇ ਸਕਦੀ ਹਾਂ। ਸੋ ਬਸ ਇੰਨੀ ਕੁ ਮੇਰੀ ਜਿਹੜੀ ਹੈ ਉਹ ਐਜੂਕੇਸ਼ਨ
ਨੀਡ ਬੇਸਡ ਜਾਂ ਕਿਉਰਿਓਸਿਟੀ ਬੇਸਡ ਹੀ ਹੈ। ਜੀ ਮੈਡਮ, ਤੁਸੀਂ ਐਜੂਕੇਸ਼ਨ ਨਾਲ ਬਹੁਤ ਗਹਿਰਾਈ ਨਾਲ ਜੁੜੇ ਹੋ, ਔਰ ਜੋ ਸਾਡਾ ਇਸ ਵਕਤ ਐਜੂਕੇਸ਼ਨ ਢਾਂਚਾ ਹੈ, ਜੋ ਸਾਡਾ ਇਸ ਵਕਤ ਵਿੱਦਿਅਕ ਢਾਂਚਾ ਹੈ, ਉਹ ਕਾਫੀ ਕ੍ਰਿਟਿਸਿਜ਼ਮ ਦਾ ਵੀ ਸ਼ਿਕਾਰ ਹੋ ਰਿਹਾ। ਖਾਸ ਤੌਰ ਤੇ ਸਾਡੇ ਪੰਜਾਬ ਦਾ ਵੀ ਕਾਫੀ ਸਮੇਂ ਤੋਂ ਰਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਵਿੱਦਿਆ ਦਾ, ਸਿੱਖਿਆ ਦਾ ਉਹ ਮਿਆਰ ਨਹੀਂ ਹੁੰਦਾ ਜੋ ਅਸਲ 'ਚ ਚਾਹੀਦਾ ਹੈ ਬੱਚਿਆਂ ਲਈ। ਤਾਂ ਲੇਕਿਨ ਕੁਝ ਅਜਿਹੇ ਸਕੂਲ ਵੀ ਨੇ ਜਿਨ੍ਹਾਂ ਦਾ ਕਿ ਨਾਮ ਅਕਸਰ ਅਸੀਂ ਨਿਊਜ਼ਪੇਪਰਾਂ 'ਚ, ਨਿਊਜ਼ ਦੇ ਚੈਨਲ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਫਲਾਣੇ ਸਕੂਲ ਨੇ ਪ੍ਰਾਈਵੇਟ ਸਕੂਲ ਨੂੰ ਵੀ ਮਾਤ ਦਿੱਤੀ ਹੈ, ਉਸ ਤੋਂ ਵੀ ਅੱਗੇ ਜਾ ਰਿਹਾ ਹੋਇਆ ਐਜੂਕੇਸ਼ਨ ਪੱਖ ਤੋਂ ਜਾਂ ਉਸਦੇ ਢਾਂਚੇਗਤ ਪੱਖ ਤੋਂ, ਕਿਉਂਕਿ ਆਮ ਤੌਰ ਤੇ ਸਾਡੇ ਸਕੂਲਾਂ ਦੇ ਢਾਂਚੇ ਬਹੁਤ ਕਮਜ਼ੋਰ ਹੁੰਦੇ ਨੇ। ਅਗਰ ਆਪਾਂ ਬਾਹਰੀ ਢਾਂਚੇ ਦੀ ਗੱਲ ਕਰ ਲਈਏ, ਇਮਾਰਤਾਂ ਦੀ ਗੱਲ ਕਰ ਲਈਏ, ਤਾਂ ਉਹ ਵੀ ਕੋਈ ਬਹੁਤੇ ਵਧੀਆ ਨਹੀਂ ਹੁੰਦੇ। ਲੇਕਿਨ ਕੁਝ ਸਾਡੇ ਆਸ-ਪਾਸ ਵੀ, ਅਗਰ ਆਪਾਂ ਮਾਨਸਾ ਡਿਸਟ੍ਰਿਕਟ ਦੀ ਗੱਲ ਕਰਦੇ ਹਾਂ, ਬਹੁਤ ਅਜਿਹੇ ਸਕੂਲ ਨੇ ਜਿਹੜੇ ਕਿ ਲੋਕਾਂ ਦੀ ਚਰਚਾ ਦੇ ਵਿੱਚ ਨੇ। ਤਾਂ ਤੁਸੀਂ ਕੀ ਸਮਝਦੇ ਹੋ ਕਿ ਸਾਡਾ ਜਿਹੜਾ ਇਸ ਵਕਤ ਐਜੂਕੇਸ਼ਨ ਢਾਂਚਾ ਹੈ, ਉਹ ਜਿੰਨੀ ਗਰੋਥ ਦੀ ਲੋੜ ਹੈ ਉਨੀ ਗਰੋਥ ਕਰ ਰਿਹਾ ਹੈ, ਜਾਂ ਹਾਲੇ ਵੀ ਹੋਰ ਜ਼ਰੂਰਤ ਹੈ ਇਸ ਦੇ ਵਿੱਚ ਤੇਜ਼ੀ ਲਿਆਉਣ ਦੀ? ਦੇਖੋ ਜੀ, ਵਿਕਾਸ ਤੇ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਆਪਾਂ ਜਿੰਨੀ ਵੀ ਕਰਦੀ ਰਹੀਏ ਉਨੀ ਘੱਟ ਹੈ। ਪਰ ਇਹ ਗੱਲ ਮੈਂ ਜ਼ਰੂਰ ਮੰਨੂਗੀ ਕਿ ਪਿਛਲੇ 5-6 ਸਾਲ ਦੇ ਵਿੱਚ ਇੱਕ ਤਰ੍ਹਾਂ ਦੀ ਰੈਵੋਲੂਸ਼ਨ ਆਈ ਹੈ। ਬਹੁਤ ਸਾਰੇ ਸਕੂਲਸ ਸਮਾਰਟ ਸਕੂਲਸ ਬਣੇ ਨੇ, ਔਰ ਤੁਸੀਂ ਮੇਰਾ ਹੀ ਸਕੂਲ ਲੈ ਲਓ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬਾਗਾ। ਤੁਸੀਂ ਜੇ ਸਾਡੇ ਸਕੂਲ 'ਚ ਆਓਗੇ, ਵਿਜ਼ਿਟ ਕਰੋਗੇ, ਤਾਂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਕਲਾਸਾਂ 6ਵੀਂ ਤੋਂ 12ਵੀਂ ਤੱਕ LEDs ਤੇ ਪ੍ਰੋਜੈਕਟਰਸ ਮਿਲਣਗੇ। ਇੱਕ ਵੀ ਕਲਾਸ ਇਹੋ ਜਿਹੀ ਨਹੀਂ ਜਿਹੜੀ ਸਮਾਰਟ ਕਲਾਸ ਨਾ ਹੋਵੇ। ਔਰ ਬੱਚਿਆਂ ਲਈ ਐਜੂਸੈਟ ਰੂਮ ਤੇ ਆਨਲਾਈਨ ਲੈਕਚਰਸ ਵੱਖਰੇ ਆਉਂਦੇ ਆ, ਔਰ ਲੈਬਸ। ਇਹ ਇਕੱਲੇ ਮੇਰੇ ਸਕੂਲ ਦੀ ਕਹਾਣੀ ਨਹੀਂ, ਬਹੁਤ ਸਾਰੇ ਸਕੂਲ ਨੇ ਜਿਹੜੇ ਸਮਾਰਟ ਸਕੂਲ ਬਣ ਗਏ ਨੇ। ਤੇ ਪਹਿਲਾਂ ਤਾਂ ਇਹ ਗੱਲ ਸ਼ੁਰੂ ਹੋਈ ਸੀ ਕਿ ਸਰਕਾਰ ਨੇ ਹੰਭਲਾ ਮਾਰਿਆ ਸੀ, ਲੇਕਿਨ ਹੌਲੀ-ਹੌਲੀ ਲੋਕਾਂ ਦੇ ਵਿੱਚ ਆਪਸ 'ਚ ਇੱਕ ਸ਼ੌਂਕ ਪੈਦਾ ਹੋ ਗਿਆ ਕਿ ਆਪਾਂ ਵੀ ਆਪਣੇ ਸਕੂਲ ਨੂੰ ਸਮਾਰਟ ਸਕੂਲ ਬਣਾਈਏ। ਤਾਂ ਸਾਡੇ ਸਕੂਲ ਦੇ ਵਿੱਚ ਵੀ ਪ੍ਰਿੰਸੀਪਲ ਸਰ ਤੇ ਸਟਾਫ ਦੇ ਕੰਟਰੀਬਿਊਸ਼ਨ ਅਤੇ ਵਿਭਾਗ ਦੇ ਕੰਟਰੀਬਿਊਸ਼ਨ ਨਾਲ ਬਹੁਤ ਸਾਰੀਆਂ ਇੰਪਰੂਵਮੈਂਟਸ ਹੋਈਆਂ ਤੇ ਹੋਰ ਬੜੇ ਸਕੂਲਾਂ 'ਚ ਹੋਈਆਂ। ਪਰ ਜਦੋਂ ਆਪਾਂ ਇਹ ਪੌੜੀ ਚੜ੍ਹ ਰਹੇ ਸੀ ਵਿਕਾਸ ਦੀ, ਤਾਂ ਕਰੋਨਾ ਕਾਲ ਆ ਗਿਆ। ਉਸ ਦੇ ਵਿੱਚ ਹੁਣ ਸਾਰਾ ਸਮਾਜ ਦੇਖ ਰਿਹਾ ਕਿ ਸਰਕਾਰੀ ਸਕੂਲਾਂ ਨੇ ਜਿਸ ਤਰੀਕੇ ਨਾਲ ਇਸ ਨੂੰ ਨਜਿੱਠਿਆ, ਇਹ ਸਾਰੀ ਸਥਿਤੀ ਨੂੰ, ਉਹ ਕਿਸੇ ਤੋਂ ਲੁਕੀ ਨਹੀਂ ਹੋਈ ਜੀ। DD ਪੰਜਾਬੀ ਦੇ ਉੱਪਰ, ਸਵੈਮ ਪ੍ਰਭਾ ਚੈਨਲ ਦੇ ਉੱਪਰ, ਰੇਡੀਓਜ਼ ਦੇ ਉੱਪਰ ਲੈਕਚਰਸ ਲਗਾਤਾਰ ਬੱਚਿਆਂ ਦੇ ਘਰ ਤੱਕ ਕਲਾਸਾਂ, ਜਿਸ ਵੀ ਜ਼ਰੀਏ ਨਾਲ ਬੱਚੇ ਤੱਕ ਪਹੁੰਚ ਸਕਦੇ ਆ ਟੀਚਰਸ, ਪਹੁੰਚ ਰਹੇ ਨੇ ਜੀ। ਤੇ ਇਹ ਮੈਨੂੰ ਲੱਗਦਾ ਕਿ ਸਫ਼ਰ ਜ਼ਰੂਰ ਅੱਗੇ ਵੀ ਇਸ ਤੋਂ ਵਧੀਆ ਹੀ ਚੱਲੂ। ਜੀ ਮੈਡਮ, ਅੱਗੇ ਵਧਣ ਤੋਂ ਪਹਿਲਾਂ ਚਾਹਾਂਗੇ ਕਿ ਇੱਕ ਰਚਨਾ ਤੁਸੀਂ ਹੋਰ ਸਾਡੇ ਨਾਲ ਸਾਂਝੀ ਕਰੋ, ਅਗਰ ਪੰਜਾਬੀ ਦੀ ਹੋਵੇ ਤਾਂ ਜ਼ਿਆਦਾ ਵਧੀਆ। ਜੀ ਬਿਲਕੁਲ ਜੀ। ਜੋ ਸਫ਼ਰ ਸਾਡਾ ਆਪਣਾ ਹੈ, ਉਹ ਆਪ ਮੁਕਾਉਣਾ ਪੈਂਦਾ ਹੈ। ਜੋ ਸਫ਼ਰ ਸਾਡਾ ਆਪਣਾ ਹੈ, ਉਹ ਆਪ ਮੁਕਾਉਣਾ ਪੈਂਦਾ ਹੈ। ਇਹ ਜਿਉਣ ਦੀ ਰੀਤ ਹੀ ਐਸੀ ਹੈ, ਮਰ ਮਰ ਵੀ ਜਿਉਣਾ ਪੈਂਦਾ ਹੈ। ਨਾ ਦਰਦ ਸੁਣਾਉਣਾ ਸੌਖਾ ਏ, ਨਾ ਗੀਤ ਬਣਾਉਣਾ ਸੌਖਾ ਏ। ਨਾ ਦਰਦ ਸੁਣਾਉਣਾ ਸੌਖਾ ਏ, ਨਾ ਗੀਤ ਬਣਾਉਣਾ ਸੌਖਾ ਏ। ਇਹ ਜ਼ਿੰਦਗੀ ਨਾ ਨਹੀਂ ਸੁੱਖਾਂ ਦਾ, ਇਹ ਜ਼ਿੰਦਗੀ ਨਾ ਨਹੀਂ ਸੁੱਖਾਂ ਦਾ, ਔਖੇ ਨੂੰ ਨਿਭਾਉਣਾ ਪੈਂਦਾ ਏ। ਕਿੰਨਾ ਵੀ ਰੋ ਕੁਰਲਾ ਲੁਕ ਲੁਕ, ਕਿੰਨਾ ਵੀ ਰੋ ਕੁਰਲਾ ਲੁਕ ਲੁਕ, ਰੋਂਦਿਆਂ ਨੂੰ ਹਸਾਉਣਾ ਪੈਂਦਾ ਏ। ਉਹਨੂੰ ਕਿਸੇ ਮਨਾਉਣਾ ਨਹੀਂ ਸੱਜਣਾ, ਉਹਨੂੰ ਕਿਸੇ ਮਨਾਉਣਾ ਨਹੀਂ ਸੱਜਣਾ, ਰੱਬ ਖੁਦ ਹੀ ਮਨਾਉਣਾ ਪੈਂਦਾ ਏ। ਜ਼ਿੰਦਗੀ ਦਾ ਲੰਬਾ ਪੈਂਡਾ ਇਹ, ਤੁਰ ਤੁਰ ਹੀ ਮੁਕਾਉਣਾ ਪੈਂਦਾ ਏ। ਜ਼ਿੰਦਗੀ ਦਾ ਲੰਬਾ ਪੈਂਡਾ ਇਹ, ਤੁਰ ਤੁਰ ਹੀ ਮੁਕਾਉਣਾ ਪੈਂਦਾ ਹੈ। ਜੋ ਸਫ਼ਰ ਸਾਡਾ ਆਪਣਾ ਹੈ, ਉਹ ਆਪ ਮੁਕਾਉਣਾ ਪੈਂਦਾ ਹੈ, ਉਹ ਆਪ ਮੁਕਾਉਣਾ ਪੈਂਦਾ ਹੈ। ਵਾਹ ਜੀ ਵਾਹ, ਬਹੁਤ ਖੂਬ ਮੈਮ। ਤੁਸੀਂ ਤੁਹਾਡਾ ਜਿਹੜਾ ਕਵਿਤਾ ਕਹਿਣ ਦਾ ਅੰਦਾਜ਼ ਹੈ ਬੜਾ ਸਿੰਪਲ ਔਰ ਬੜਾ ਹੀ ਵਧੀਆ ਹੈ, ਜੋ ਕਿ ਹਰ ਇੱਕ ਨੂੰ ਟੁੰਬਦਾ ਹੈ। ਤੇ ਮੈਡਮ, ਅਸੀਂ ਹੁਣ ਚਾਹਾਂਗੇ ਤੁਸੀਂ ਆਪਣੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਸਾਡੇ ਨਾਲ, ਇਹ ਵੀ ਆਪਣੀ ਥੋੜੀ ਜਿਹੀ ਪਰਿਵਾਰਕ ਜਾਣਕਾਰੀ ਸਾਂਝੀ ਕਰੋ। ਜੀ, ਮੇਰੇ ਘਰ ਦੇ ਵਿੱਚ ਮੰਮੀ ਡੈਡੀ ਤੇ ਨਾਲ ਅਸੀਂ ਰਹਿੰਦੇ ਹਾਂ। ਮੇਰੇ ਫਾਦਰ ਇਨ ਲਾਅ, ਮਦਰ ਇਨ ਲਾਅ ਤੇ ਮੇਰੇ ਹਸਬੈਂਡ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਡੀਨ ਨੇ ਜੀ, ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ। ਔਰ ਮੇਰੇ 2 ਬੱਚੇ ਨੇ, ਜਿਨ੍ਹਾਂ ਨੂੰ ਮੈਂ ਇੱਕ ਚੀਜ਼ ਸਿਖਾਈ ਹੈ ਕਿ ਛੋਟੇ ਛੋਟੇ ख्वाब ਵੀ ਦੇਖੋ ਤੇ ਵੱਡੇ ਵੱਡੇ ख्वाब ਵੀ ਦੇਖੋ।
ਕਿਆ ਬਾਤ। ਇਹ ਨਾ ਹੋਵੇ ਕਿ ਇੰਨੇ ਵੱਡੇ ਸੁਪਨੇ ਦੇਖ ਲਈਏ ਕਿ ਅਸੀਂ ਟੁੱਟ ਜਾਈਏ ਖ਼ਾਬ ਟੁੱਟਣ ਤੇ। ਇਹ ਨਾ ਹੋਵੇ ਕਿ ਇੰਨੇ ਛੋਟੇ ਸੁਪਨੇ ਦੇਖ ਲਈਏ ਕਿ ਅਸੀਂ ਅੱਗੇ ਹੀ ਨਾ ਵੱਧ ਸਕੀਏ। ਤਾਂ ਮੇਰੀ ਇਹ ਕੋਸ਼ਿਸ਼ ਹੈ ਕਿ ਮੇਰੇ ਬੱਚਿਆਂ ਨੂੰ ਖੁਸ਼ ਰਹਿਣਾ ਆਵੇ ਤੇ ਉਹਨਾਂ ਨੂੰ ਜੋ ਪਸੰਦ ਹੈ, ਗੀਤ ਪਸੰਦ ਹੈ, ਪੇਂਟਿੰਗ ਪਸੰਦ ਹੈ, ਐਕਟਿੰਗ ਪਸੰਦ ਹੈ ਜਾਂ ਕੰਪਿਊਟਰਸ ਪਸੰਦ ਹੈ, ਸਭ ਕੁਝ ਕਰਨ ਦੀ ਖੁੱਲੀ ਛੂਟ ਹੈ ਜੀ। ਆਮ ਅ ਲੀਨੀਅੰਟ ਮਦਰ। ਜੀ ਅੱਛਾ, ਇਹ ਮੇਰੀ ਤੁਹਾਨੂੰ ਫੈਮਿਲੀ। ਜੀ ਤੁਹਾਨੂੰ ਕਿਉਂਕਿ ਤੁਹਾਡਾ ਸ਼ੌਕ ਲਿਖਣ ਦਾ ਸ਼ੌਕ ਹੈ ਤੁਹਾਨੂੰ, ਤੇ ਤੁਹਾਡੇ ਸ਼ੌਕ ਨੂੰ ਪਰਿਵਾਰ ਦੇ ਵਿੱਚ ਕਿੰਨਾ ਕੁ ਐਪਰੀਸ਼ੀਏਟ ਕੀਤਾ ਜਾਂਦਾ? ਸ਼ੁਰੂ 'ਚ ਥੋੜਾ ਘੱਟ ਸੀ, ਹੌਲੀ-ਹੌਲੀ ਜਿਵੇਂ ਉਹਨਾਂ ਨੂੰ ਲੱਗਿਆ ਕਿ ਹਾਂ ਇਹ ਵਧ ਰਹੀ ਹੈ, ਅੱਗੇ ਕਰ ਰਹੀ ਹੈ ਕੰਮ ਅੱਛਾ, ਤਾਂ ਕਾਫੀ ਸਪੋਰਟ ਮਿਲੀ। ਪਰ ਜਿਵੇਂ ਕਿ ਮੈਂ ਕਿਹਾ, ਇਹ ਸਫ਼ਰ ਸਾਡਾ ਆਪਣਾ ਹੈ, ਸਾਨੂੰ ਆਪ ਮੁਕਾਉਣਾ ਪੈਂਦਾ ਹੈ। ਬਿਲਕੁਲ ਜੀ। ਵੈਸੇ ਇਹ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਸ਼ੌਕ ਵੀ ਸਿਰਫ ਤੁਹਾਨੂੰ ਹੈ ਜਾਂ ਕੋਈ ਹੋਰ ਵੀ ਤੁਹਾਡੇ ਕਿਸੇ ਬੱਚੇ ਨੂੰ ਜਾਂ ਹਸਬੈਂਡ ਨੂੰ ਕਿਸੇ ਨੂੰ ਹੋਰ ਨਹੀਂ ਹੈ? ਥੋੜਾ ਬਹੁਤ ਗੁਨਗੁਨਾ ਤਾਂ ਲੈਂਦੇ ਨੇ ਮੇਰੇ ਹਸਬੈਂਡ, ਪਰ ਕਿਉਂਕਿ ਉਹ ਇੰਜੀਨੀਅਰ ਨੇ, ਟੈਕਨੀਕਲ ਨੇ ਜੀ, ਤਾਂ ਉਹ ਲਿਖਦੇ ਤਾਂ ਨਹੀਂ ਹੈਗੇ। ਪਰ ਮੇਰੀ ਬੇਟੀ ਨੂੰ ਪੇਂਟਿੰਗ ਦਾ ਤੇ ਸਿੰਗਿੰਗ ਦਾ ਸ਼ੌਕ ਹੈ, ਔਰ ਮੇਰਾ ਬੇਟਾ ਸਪੀਚ ਬਹੁਤ ਅੱਛੀ ਕਰਦਾ ਹੈ। ਜੀ, ਯਾਨੀ ਕਿ ਤੁਹਾਡੇ ਬੱਚਿਆਂ ਦੇ ਵਿੱਚ ਵੀ ਤੁਹਾਡੇ ਵਾਲੇ ਗੁਣ ਡਿਵੈਲਪ ਹੋ ਰਹੇ ਨੇ, ਕਹਿ ਸਕਦੇ ਹਾਂ ਜੀ। ਚਲੋ ਹੋਣੇ ਵੀ ਚਾਹੀਦੇ ਆ ਜੀ। ਤੇ ਮੈਡਮ ਇੱਕ ਹੋਰ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਹਰ ਇੱਕ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਕੋਈ ਵੀ ਜੋ ਵੀ ਕਿਸੇ ਕਲਾ ਦੇ ਨਾਲ ਜੁੜਿਆ ਹੋਇਆ, ਉਹਦਾ ਕੋਈ ਰੋਲ ਮਾਡਲ ਹੁੰਦਾ, ਕੋਈ ਆਦਰਸ਼ ਹੁੰਦਾ ਹੈ ਜਿਹਨੂੰ ਦੇਖ ਕੇ ਉਹ ਸੋਚਦਾ ਕਿ ਮੈਂ ਇੱਦਾਂ ਦਾ ਲਿਖਣਾ ਹੈ, ਚਾਹੇ ਅਗਰ ਕੋਈ ਗਾਉਂਦਾ ਤਾਂ ਮੈਂ ਉਹ ਸੋਚਦਾ ਕਿ ਮੈਂ ਇੱਦਾਂ ਦਾ ਗਾਣਾ। ਤਾਂ ਤੁਹਾਡਾ ਵੀ ਕੀ ਰੋਲ ਮਾਡਲ ਰਿਹਾ ਆਪਣੇ ਇਸ ਲੇਖਣ ਦੀ ਕਲਾ ਦੀ ਗੱਲ ਕਰ ਲਈਏ? ਮੇਰਾ ਰੋਲ ਮਾਡਲ ਹਰ ਉਹ ਕਵਿਤਾ, ਹਰ ਉਹ ਕਹਾਣੀ ਸੀ ਜਿਹਨੇ ਮੇਰੇ ਅੰਦਰ ਥੋੜਾ ਬਹੁਤ ਕਿਸੇ ਇਮੋਸ਼ਨ ਨੂੰ ਵਿਕਸਿਤ ਕੀਤਾ ਜਾਂ ਮੇਰੇ ਦਿਲ ਨੂੰ ਟੁੰਬਿਆ। ਤਾਂ ਇੱਕ ਮੈਨੂੰ ਯਾਦ ਹੈ, ਕਹਾਣੀ ਪੜ੍ਹੀ ਸੀ ਮੈਂ ਮਹਾਦੇਵੀ ਵਰਮਾ ਦੀ, ਬਹੁਤ ਛੋਟੀ ਕਲਾਸ 'ਚ ਸੀ ਮੈਂ। ਘੀਸਾ ਕਹਾਣੀ ਇੱਕ ਸਟੂਡੈਂਟ ਬਾਰੇ ਔਰ ਉਹਦੇ ਟੀਚਰ ਬਾਰੇ ਸੀ। ਉਹ ਕਹਾਣੀ ਪੜ੍ਹ ਕੇ ਮੈਂ ਰੋ ਪਈ ਸੀ। ਇਸ ਲਈ ਤਾਂ ਮਹਾਦੇਵੀ ਵਰਮਾ ਨੂੰ ਮੈਂ ਉਸ ਤੋਂ ਬਾਅਦ ਬਹੁਤ ਪੜ੍ਹਿਆ, ਮੈਨੂੰ ਬਹੁਤ ਵਧੀਆ ਲੱਗੇ ਉਹ। ਇੱਕ ਮੈਨੂੰ ਸੁਰਜੀਤ ਪਾਤਰ ਜੀ ਦੀ ਤਰਨਮ ਦੇ ਵਿੱਚ ਜਦੋਂ ਗਜ਼ਲ ਕਹਿੰਦੇ ਨੇ, ਬਹੁਤ ਵਧੀਆ ਲੱਗਦੀ ਹੈ ਜੀ। ਉਹ ਮੈਨੂੰ ਇਹ ਲੱਗਦਾ ਹੈ ਕਿ ਸਮਾਂ ਰੁਕ ਜਾਂਦਾ ਜਦੋਂ ਤਰਨਮ 'ਚ ਆਪਣੀਆਂ ਗਜ਼ਲਾਂ ਪੜ੍ਹਦੇ ਨੇ। ਇੱਕ ਮੈਂ ਲਾਈਫ 'ਚ ਕਵਿਤਾ ਪੜ੍ਹੀ ਅਮਰਜੀਤ ਕੌਂਕੇ ਜੀ ਦੀ ਕਵਿਤਾ ਪਿਆਸ। ਪਿਆਸ ਬਹੁਤ ਹੀ ਸੋਹਣੀ ਉਹਨਾਂ ਦੀ ਕਿਤਾਬ ਹੈ, ਉਸ ਦੇ ਵਿੱਚ ਇੱਕ ਕਵਿਤਾ ਮੈਂ ਉਦਾਸ ਹਾਂ। ਉਹ ਮੈਂ ਉਦਾਸ ਹਾਂ ਕਵਿਤਾ ਅਜਿਹੀ ਹੈ, ਕੋਈ ਵੀ ਪਾਠਕ ਉਹਨੂੰ ਪੜ੍ਹੂਗਾ ਤਾਂ ਉਹਦੇ ਨਾਲ ਇੱਕ ਮਿੱਕ ਮਹਿਸੂਸ ਕਰਦਾ, ਕਿਉਂਕਿ ਹਰ ਕਿਸੇ ਨੇ ਉਦਾਸੀ ਕਿਤੇ ਨਾ ਕਿਤੇ ਮਹਿਸੂਸ ਕੀਤੀ ਹੋਈ ਹੈ। ਸੋ ਮੈਂ ਇਹ ਕਹਾਂ ਕਿ ਮੈਂ ਕੰਪਲੀਟਲੀ ਇੱਕੋ ਹੀ ਜਣੇ ਨੂੰ ਕਦੀ ਫੋਲੋ ਕਰਦੀ ਰਹੀ, ਇਸ ਤਰ੍ਹਾਂ ਨਹੀਂ ਸੀ। ਕੋਈ ਨਾ ਕੋਈ ਰਚਨਾ ਦੇ ਨਾਲ ਮੈਨੂੰ ਲੇਖਕ ਨਾਲ ਪਿਆਰ ਹੋ ਜਾਂਦਾ ਸੀ ਤੇ ਫਿਰ ਮੈਂ ਉਸ ਲੇਖਕ ਦੀਆਂ ਕਾਫੀ ਚੀਜ਼ਾਂ ਪੜ੍ਹਦੀ ਸੀ, ਫਿਰ ਮੂਵ ਔਨ ਕਰ ਲੈਂਦੀ ਸੀ। ਜੀ ਮੈਡਮ, ਕਿਉਂਕਿ ਕਵਿਤਾ ਦੇ ਵੀ ਬਾਰੀਕੀ ਪੱਖ ਨੂੰ ਜਾਣਨ ਲਈ, ਉਹਦੇ ਤਕਨੀਕੀ ਪੱਖ ਨੂੰ ਜਾਣਨ ਲਈ ਕੋਈ ਨਾ ਕੋਈ ਆਪਾਂ ਨੂੰ ਕਹਿ ਸਕਦੇ ਹਾਂ ਕਿ ਗੁਰੂ ਧਾਰਨਾ ਪੈਂਦਾ। ਤੇ ਤੁਸੀਂ ਵੀ ਕਵਿਤਾ ਦੀ ਬਰੀਕੀਆਂ ਕਿਸੇ ਤੋਂ ਸਿੱਖੀਆਂ ਨੇ? ਬਸ ਇਹ ਮਹਾਨ ਸ਼ਖਸੀਅਤਾਂ ਹੀ ਗੁਰੂ ਸਾਬਿਤ ਹੋਏ ਮੇਰੇ, ਕਿਉਂਕਿ ਪੰਜਾਬੀ ਲਿਟਰੇਚਰ ਪੜ੍ਹਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਮੈਂ ਇੰਗਲਿਸ਼ ਲਿਟਰੇਚਰ ਹੀ ਪੜ੍ਹਿਆ ਤੇ ਉਹਦੇ ਵਿੱਚੋਂ ਮੈਨੂੰ ਜਿਹੜੇ ਨੇ ਸਾਡੇ ਜੌਨ ਡਨ, ਉਹ ਬੜੇ ਪਿਆਰੇ ਲੱਗਦੇ ਸੀ। ਜੌਨ ਡਨ ਦੀ ਜਿਹੜੀ ਕਵਿਤਾ ਹੈ, ਉਸ ਦੇ ਵਿੱਚ ਬੜੀ ਛੋਟੀ ਜਿਹੀ ਇੱਕ ਘੜੀ ਦੀ ਸੂਈ ਦੇ ਵਿੱਚ ਇੱਕ ਪੂਰੀ ਕਹਾਣੀ ਉਹਨਾਂ ਨੇ ਆਪਣੀ ਲਪੇਟ ਦੀ ਇੱਕ ਕਵਿਤਾ ਇੰਨੀ ਨਿੱਕੀ ਜਿਹੀ ਲਿਖੀ ਹੋਈ। ਤੇ ਇਸ ਤੋਂ ਇਲਾਵਾ ਰੋਬਰਟ ਬਰਾਊਨਿੰਗ ਬੜੇ ਪਿਆਰੇ ਲੱਗਦੇ ਸੀ। ਤਾਂ ਮੈਂ ਜ਼ਿਆਦਾ ਇੰਗਲਿਸ਼ ਪੋਇਟਰੀ ਦੇ ਵਿੱਚ ਟੈਕਨੀਕੈਲਿਟੀਜ਼ ਪੜ੍ਹੀਆਂ ਨੇ। ਪੰਜਾਬੀ ਪੋਇਟਰੀ 'ਚ ਮੈਂ ਬਸ ਮਹਾਨ ਸ਼ਖਸੀਅਤਾਂ ਨੂੰ ਸੁਣ ਕੇ ਇੰਸਪਾਇਰ ਹੋਈ ਜੀ। ਤੇ ਤੁਸੀਂ ਇੰਗਲਿਸ਼ ਕਿਸੇ ਪੋਇਟ ਨੂੰ ਪੰਜਾਬੀ 'ਚ ਅਨੁਵਾਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ? ਮੈਨੂੰ ਸਰ ਇਹ ਲੱਗਦਾ ਹੁੰਦਾ ਹੈ ਕਿ ਕਵਿਤਾ ਜਦੋਂ ਜਨਮ ਲੈਂਦੀ ਹੈ ਨਾ, ਉਹ ਇੱਕ ਮਤਲਬ ਇੱਕ ਪਵਿੱਤਰ ਚੀਜ਼ ਹੁੰਦੀ ਹੈ ਜਿਹੜੀ ਉਸੇ ਰੂਪ ਦੇ ਵਿੱਚ ਸੋਹਣੀ ਲੱਗਦੀ ਆ। ਜਦੋਂ ਅਸੀਂ ਉਹਨੂੰ ਟਰਾਂਸਲੇਟ ਕਰਦੇ ਹਾਂ, ਮੈਨੂੰ ਲੱਗਦਾ ਹੈ ਕਿ ਉਹਦੀ ਥੋੜੀ ਬਹੁਤ ਜਿਹੜੇ ਅੰਦਰੋਂ ਪ੍ਰਾਣ ਨੇ ਉਹ ਆਪਾਂ ਕੱਢ ਲੈਂਦੇ ਹਾਂ। ਆਤਮਾ ਚਲੀ ਜਾਂਦੀ ਹੈ। ਹਾਂਜੀ, ਤਾਂ ਕਰਕੇ ਮੈਂ ਕਦੇ ਇਹ ਜਿਹੀ ਹਿਮਾਕਤ ਨਹੀਂ ਕੀਤੀ। ਯਾਨੀ ਕਿ ਤੁਸੀਂ ਇਹ ਫਿਰ ਨਹੀਂ ਸੋਚਿਆ ਕਿ ਆਪਾਂ ਏਦਾਂ ਦਾ ਸ਼ਾਇਦ ਕਹਿ ਸਕਦੇ ਹਾਂ ਕਿ ਆਪਣੇ ਸਿਰ ਤੇ ਭਾਰ ਨਹੀਂ ਲੈਣਾ ਕਿ ਆਪਾਂ ਉਸਦੀ ਆਤਮਾ ਕੱਢ ਲਈ। ਜੀ, ਤਾਂ ਬਸ ਮੈਨੂੰ ਇਹ ਲੱਗਦਾ ਜੀ ਕਿ ਹਾਂਜੀ ਜੀ ਤੁਸੀਂ ਗੱਲ ਪੂਰੀ ਕਰੋ। ਮੈਨੂੰ ਇਹ ਲੱਗਦਾ ਜੀ ਕਿ ਕਵਿਤਾ ਨਾ ਜਿਹੜੀ ਹੁੰਦੀ ਆ, ਉਹ ਕਵੀ ਦੇ ਬੱਚੇ ਵਰਗੀ ਹੁੰਦੀ ਆ
ਤੇ ਮੈਂ ਕਿਸੇ ਦੇ ਬੱਚੇ ਨੂੰ ਜਾ ਕੇ ਸ਼ਿੰਗਾਰਨ ਲੱਗ ਜਾ, ਉਹਦੇ ਪਾਏ ਹੋਏ ਕੱਪੜੇ ਲਾ ਦਾਂ, ਉਹਦੇ ਮਾਤਾ ਪਿਤਾ ਦੇ, ਤੇ ਆਪਣੇ ਵੱਲੋਂ ਕੁਛ ਉਹਨੂੰ ਨਵਾਂ ਰੂਪ ਦੇਵਾਂ। ਮੈਨੂੰ ਇਹ ਲੱਗਦਾ ਹੈ ਧੱਕਾ ਜਿਹਾ ਹੁੰਦਾ ਕਿਸੇ ਦੀ ਰਚਨਾ ਨਾਲ, ਸੋ ਮੈਂ ਛੇੜਦੀ ਨਹੀਂ ਕਿਸੇ ਦੀ ਰਚਨਾ ਜੀ। ਤਾਂ ਮੈਡਮ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਇਸ ਥੋੜੇ ਜਿਹੇ ਸਮੇਂ 'ਚ ਕੀਤੀਆਂ। ਤਾਂ ਇਸ ਤੋਂ ਪਹਿਲਾਂ ਕਿ ਜਾਂਦੇ ਤੁਹਾਡੇ ਤੋਂ ਹੋਰ ਕੋਈ ਰਚਨਾ ਸੁਣੀਏ, ਤਾਂ ਤੁਸੀਂ ਕੋਈ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੋ ਸਾਡੇ ਇਸ ਚੈਨਲ ਦੇ ਜ਼ਰੀਏ? ਮੇਰੇ ਦਿਲ ਦੀ ਗੱਲ ਇੱਕੋ ਹੈ ਜੀ, ਕਿ ਇਨਸਾਨ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਤੇ ਮੇਰੇ ਦਿਲ ਦੀ ਗੱਲ ਇਹ ਵੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਆਪਾਂ ਪਰਫੈਕਟ ਦਿਖਣਾ, ਹਰ ਸਮੇਂ ਖੁਸ਼ ਤੇ ਹਰ ਸਮੇਂ ਸਕਸੈਸਫੁਲ ਦਿਖਣਾ। ਆਪਾਂ ਕਦੇ ਕਿਸੇ ਨੂੰ ਇਹ ਦੱਸਣਾ ਹੀ ਨਹੀਂ ਕਿ ਸਾਨੂੰ ਦੁੱਖ ਵੀ ਆਇਆ ਕਰਦੇ ਨੇ, ਫੇਲੀਅਰਸ ਵੀ ਆਇਆ ਕਰਦੇ ਨੇ। ਇਸ ਲਈ ਮੈਂ ਆਪਣੇ ਦੁੱਖਾਂ ਦੇ ਫੇਲੀਅਰਸ ਦੀ ਗੱਲ ਖੁੱਲ੍ਹ ਕੇ ਕਰਦੀ ਹਾਂ, ਆਪਣੀ ਉਦਾਸੀ ਦੀ ਗੱਲ ਖੁੱਲ੍ਹ ਕੇ ਕਰਦੀ ਹਾਂ। ਤੇ ਮੈਨੂੰ ਲੱਗਦਾ ਹੈ ਕਿ ਅੱਜ ਇਨਸਾਨ ਨੂੰ ਇਸ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਕਰਨ ਦੀ ਜ਼ਰੂਰਤ ਹੈ। ਮੈਂ ਹੁਣੇ ਜੇ ਇਹ ਜੀ ਇੱਕ ਕਵਿਤਾ ਵੀ ਲਿਖੀ ਸੀ, ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਸਾਂਝੀ ਕਰਨਾ ਬਿਲਕੁਲ ਜੀ, ਚਾਹਾਂਗੀ। ਬਿਲਕੁਲ। ਸੱਥਾਂ 'ਚ ਵਿਹਲੇ ਬੈਠੇ ਬੈਠੇ ਮਨੁੱਖ ਨੇ ਸੋਚਿਆ, ਕਿਉਂ ਨਾ ਇੱਕ ਵਧੀਆ ਸੰਸਾਰ ਸਿਰਜੀਏ। ਸਕੂਲ ਬਣਾ ਲਏ, ਕਿਤਾਬਾਂ ਬਣਾ ਲਈਆਂ, ਪੜ੍ਹਾਈ ਬਣਾ ਲਈ। ਸੱਥਾਂ 'ਚ ਵਿਹਲੇ ਬੈਠੇ ਬੈਠੇ ਮਨੁੱਖ ਨੇ ਸੋਚਿਆ, ਕਿਉਂ ਨਾ ਇੱਕ ਵਧੀਆ ਸੰਸਾਰ ਸਿਰਜੀਏ। ਸਕੂਲ ਬਣਾ ਲਏ, ਕਿਤਾਬਾਂ ਬਣਾ ਲਈਆਂ, ਪੜ੍ਹਾਈ ਬਣਾ ਲਈ। ਰਹਿੰਦੀ ਕਸਰ ਦਫ਼ਤਰ ਬਣਾ ਲਏ। ਵਿਰਲੇ ਮਨੁੱਖ ਨੇ ਆਪਣੇ ਆਪ ਨੂੰ ਆਰੇ ਲਾ ਲਿਆ। ਜਦੋਂ ਇਸ ਵਿਹਲੇ ਮਨੁੱਖ ਨੇ ਆਪਣੇ ਆਪ ਨੂੰ ਆਰੇ ਲਾ ਲਿਆ ਤਾਂ ਕੀ ਹੋਇਆ? ਲੱਗਾ ਭੱਜਣ ਮੀਲੋਂ ਮੀਲ, ਸਾਲਾਂ ਸਾਲ, ਲਾ ਦਿੱਤੀਆਂ ਅੰਬਰ ਨੂੰ ਟਾਕੀਆਂ, ਤੇ ਵੱਡੀਆਂ ਗੱਡੀਆਂ, ਪੈਸੇ ਦੇ ਢੇਰ, ਹਰ ਤਰ੍ਹਾਂ ਦਾ ਸੁੱਖ। ਪੂਰੇ ਵਿਸ਼ਵ ਨੂੰ ਇੱਕ ਨਿੱਕਾ ਜਿਹਾ ਪਿੰਡ ਬਣਾ ਛੱਡਿਆ। ਦੁਨੀਆ ਲਿਆ ਕੇ ਸਮੇਟ ਦਿੱਤੀ ਇੱਕ ਉਂਗਲੀ ਦੀ ਨੋਕ ਤੇ। ਫੇਰ ਬਣਾਇਆ ਸੋਸ਼ਲ ਮੀਡੀਆ। ਵਰਚੁਅਲ ਸੰਸਾਰ ਵਿੱਚ ਵਿਚਰਦੇ ਕਦੋਂ ਮਨੁੱਖ ਇਕੱਲਾ, ਦੁਖੀ, ਉਦਾਸ ਤੇ ਜਿਉਂਦੀ ਲਾਸ਼ ਬਣ ਗਿਆ, ਪਤਾ ਹੀ ਨਾ ਲੱਗਾ। ਵਰਚੁਅਲ ਸੰਸਾਰ ਵਿੱਚ ਵਿਚਰਦੇ ਕਦੋਂ ਮਨੁੱਖ ਇਕੱਲਾ, ਦੁਖੀ, ਉਦਾਸ ਤੇ ਜਿਉਂਦੀ ਲਾਸ਼ ਬਣ ਗਿਆ, ਪਤਾ ਹੀ ਨਾ ਲੱਗਾ। ਕਿਸੇ ਨੇ ਕਿਹਾ ਸਾਈਕੈਟਰਿਸਟ ਕੋਲ ਲੈ ਜਾਓ, ਕਿਸੇ ਨੇ ਕਿਹਾ ਥੈਰੇਪਿਸਟ ਕੋਲ। ਦਰ ਫਿਰ ਕੇ ਇੱਕ ਰਾਮਬਾਣ ਦਵਾਈ ਲੱਭੀ, ਸਾਰਿਆਂ ਨੇ ਇੱਕੋ ਦੱਸ ਪਾਈ, ਸੱਥਾਂ ਵਿੱਚ ਜਾਓ ਤੇ ਵਿਹਲੀਆਂ ਗੱਲਾਂ ਕਰੋ। ਸਾਰਿਆਂ ਨੇ ਇੱਕੋ ਰਾਮਬਾਣ ਦਵਾਈ ਲੱਭੀ, ਸੱਥਾਂ ਵਿੱਚ ਜਾਓ ਤੇ ਵਿਹਲੀਆਂ ਗੱਲਾਂ ਕਰੋ। ਆਪਣਾ ਦਿਲ ਫਰੋਲੋ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਥੋੜ੍ਹੀ ਵੇਲ ਲੱਭੋ ਜੀ, ਇਹ ਸੀ ਮਨੁੱਖੀ ਸਫ਼ਰ ਵੇਲ ਤੋਂ ਵੇਲ ਤੱਕ। ਇਹ ਸੀ ਮਨੁੱਖੀ ਸਫ਼ਰ ਵੇਲ ਤੋਂ ਵੇਲ ਤੱਕ। ਬਹੁਤ ਖੂਬ ਮੈਡਮ, ਤੁਸੀਂ ਇਸ ਕਵਿਤਾ ਦੇ ਵਿੱਚ ਅਸਲ ਸਮਾਜ ਦੀ ਸਾਡੀ ਉਹ ਹਕੀਕਤ ਬਿਆਨ ਕੀਤੀ ਹੈ ਕਿ ਇਨਸਾਨ ਭਟਕਦਾ ਉਸ ਚੀਜ਼ ਲਈ ਆਪਣੀ ਪੂਰੀ ਜ਼ਿੰਦਗੀ ਗਵਾ ਦਿੰਦਾ ਹੈ, ਜਿਹੜੀ ਉਹਨੂੰ ਅਖੀਰ ਤੇ ਆ ਕੇ ਪਤਾ ਲੱਗਦੀ ਹੈ ਕਿ ਇਹ ਤਾਂ ਬਿਲਕੁਲ ਮੇਰੇ ਤੋਂ ਅਣਜਾਣ ਹੀ ਸੀ। ਮੈਂ ਉਹਨਾਂ ਗੱਲਾਂ ਤੋਂ ਅਵੇਸਲਾ ਰਿਹਾ, ਉਹਨਾਂ ਗੱਲਾਂ ਤੋਂ ਦੂਰ ਭੱਜਦਾ ਰਿਹਾ ਜਿਸ ਨੇ ਮੈਨੂੰ ਸਕੂਨ ਦੇਣਾ ਸੀ, ਸ਼ਾਂਤੀ ਦੇਣੀ ਸੀ। ਬਹੁਤ ਖੂਬ ਤੁਸੀਂ ਇਸ ਕਵਿਤਾ 'ਚ ਗੱਲ ਕਹੀ। ਤੁਹਾਡੀਆਂ ਸਾਰੀਆਂ ਹੀ ਕਵਿਤਾਵਾਂ ਦੇ ਵਿੱਚ ਜ਼ਿੰਦਗੀ ਦੇ ਨਾਲ ਸੰਬੰਧਿਤ ਉਹ ਸੱਚਾਈਆਂ ਨੇ ਜੋ ਇਨਸਾਨ ਕਈ ਵਾਰੀ ਦੇਖਦੇ ਹੋਏ ਵੀ ਅਣਦੇਖਿਆ ਕਰ ਦਿੰਦਾ। ਤਾਂ ਮੈਡਮ ਬਹੁਤ ਸੋਹਣੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸਾਡੇ ਚੈਨਲ ਨਾਲ ਜੁੜਨ ਲਈ ਔਰ ਇੰਨੀਆਂ ਵਧੀਆ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਔਰ ਆਪਣੀਆਂ ਕਵਿਤਾਵਾਂ ਸੁਣਾਉਣ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ। ਹਰਦੇਵ ਕਮਲ ਜੀ, ਤੁਹਾਡਾ ਬਹੁਤ ਸ਼ੁਕਰੀਆ ਮੇਰੇ ਅੰਦਰਲੀ ਕਵਿਤਰੀ ਨੂੰ ਇੱਕ ਮੰਚ ਦੇਣ ਲਈ। ਥੈਂਕ ਯੂ ਸੋ ਮਚ।